आसा महला पंजवा। नौ निध तेरे सगल निदान। इच्छा पूरक रखे निदान। तू मेरो प्यारो ता कैसी भूखा। तू मन वसिया लगे न दुखा। रहाओ जो तू करे सोई परवान। सच साहिब तेरा सच फुरमान। जा तुद भावै तार गुण गाओ। तेरे घर सदा सदा है न्याय। साचे साहिब या लख अफेव। नानक लाया लगा सेव। मैं तान दीवान तू है मेरे स्वामी। मैं तुझे आगे अरदास। मैं और थाओ नाही जिस पे करूं बेनंदी। मैं और थाओ नाही जिस पे करूं बेनंती। मेरा दुख सुख तुझ ही पास। ज़हरा ज़हूर हाजरा हजूर सर्व कला भरपूर समरथ गुरु। लोक परलोक दे रखियक भगत वशल ज्ञान दे सागर गुरुआं दे गुरु। गुरुआं भगतां भट्टां सिखां दी इलाही बाणी गुरु जोत रूप दे विच धन धन श्री गुरु ग्रंथ साहिब जी महाराज जी दी पावन पवित्र गोद विच गुरु दे प्यारे गुरु दे दास गुरु दे जन गुरु के गोले बन के बैठ करके गुरु की असीस प्राप्त कर रहे हैं। धनता दे योग असी सारे ही बड़भागे हैं। सो गुरु साहब जी मेहर करो दया करो अपनी मेहर दा मेघ वरसा दियो। बाबीहा अमृत बेले बोलिया तांदर सुनी पुकार। मेघे नू फरमान हुआ वर्षों कृपा धार। हाँ तिन कै बलिहार नै जिनी सच रखिया और धार। नानक नामे सब हरियावली गुर कै शब्द विचार। अपने शब्द का विचार बख्शो तां जो हरिया भरिया हो जाइए। शब्द ही विचार इदां है जिवें किसी फसल के पौधे नू गोडी करनी होवे। जिवें गोडी करन दे नाल घाह फूस निकल जांदा ते पौधा वधना शुरू हो जांदा। खास करके जो मक्की की खेती हुंदी है उसनू गोडी कीती जांदी है। गोडी जे ना कीती जावे जां घट कीती जावे तो उस फसल का झाड़ बहुत घट जांदा है। ते जे गोडी कर दी जाए तो वह पौधा बूटा जिहड़ा है बहुत वधिया तुरदा ते उन्नू फल बहुत वधिया लगदे ने, फसल चंगी हुंदी है। जो शब्द है शब्द ही विचार इस तरह ही गोडी है भी अपने मन नू गुडना है।
ਜਿਵੇਂ ਸਾਡਾ ਮਨ ਹੈ, ਮਨ ਦੇ ਆਸੇ ਪਾਸੇ ਸੱਜੇ ਖੱਬੇ ਵਿਸ਼ੇ ਵਿਕਾਰ, ਕਾਮ ਕ੍ਰੋਧ, ਲੋਭ ਮੋਹ ਅਹੰਕਾਰ ਦੀਆਂ ਜੜੀ ਬੂਟੀਆਂ ਜਿਹੜੀਆਂ ਨੇ ਉਹ ਪੈਦਾ ਹੋ ਜਾਂਦੀਆਂ ਨੇ। ਜਦੋਂ ਅਸੀਂ ਸ਼ਬਦ ਦੇ ਵਿਚਾਰ ਰਾਹੀਂ ਹਉ ਤਿਨਕੈ ਬਲਹਾਰ ਨੇ, ਜਿਨੀ ਸੱਚ ਰੱਖਿਆ ਔਰ ਧਾਰ, ਨਾਨਕ ਨਾਮੇ ਸਭ ਹਰਿਆਵਲੀ, ਗੁਰ ਕੈ ਸ਼ਬਦ ਵਿਚਾਰ। ਜਦੋਂ ਗੁਰੂ ਦੇ ਸ਼ਬਦ ਦੀ ਅਸੀਂ ਵਿਚਾਰ ਕਰਦੇ ਹਾਂ ਤੇ ਮਨ ਨੂੰ ਗੋਡੀ ਹੋ ਜਾਂਦੀ ਹੈ। ਮਨ ਨੂੰ ਇਸ ਤਰ੍ਹਾਂ ਹੁੰਦਾ ਹੈ ਵੀ ਜਿਵੇਂ ਧਰਤੀ ਦੇ ਵਿੱਚ ਉਪਜਾਊ ਸ਼ਕਤੀ ਵੱਧ ਜਾਏ। ਬਾਣੀ ਕੀਰਤਨ ਕਥਾ ਸੁਣਨ ਦੇ ਨਾਲ ਮਨ ਤਗੜਾ ਹੁੰਦਾ, ਮਨ ਬਲਵਾਨ ਬਣਦਾ ਹੈ, ਮਨ ਵਿੱਚ ਸ਼ਕਤੀ ਆਉਂਦੀ ਹੈ। ਤੇ ਜਿਸ ਦਾ ਮਨ ਬਲਵਾਨ ਹੋਵੇਗਾ ਉਹ ਮਨੁੱਖ ਜ਼ਿੰਦਗੀ ਦੇ ਵਿੱਚ ਸਫਲ ਹੋਵੇਗਾ। ਜਿਹਦਾ ਮਨ ਕਮਜ਼ੋਰ ਹੋਵੇਗਾ ਉਹ ਬੰਦਾ ਰੋਂਦਾ ਰਹੇਗਾ। ਜਿਸ ਦਾ ਮਨ ਕਮਜ਼ੋਰ ਰਹੇਗਾ ਜਾਂ ਕਮਜ਼ੋਰ ਹੈ ਉਹ ਬੰਦਾ ਡਰਿਆ ਡਰਿਆ ਰਹੇਗਾ, ਬੁਝਿਆ ਬੁਝਿਆ ਰਹੇਗਾ। ਉਹ ਜ਼ਿੰਦਗੀ ਵਿੱਚ ਅੱਗੇ ਵਧਣ ਲੱਗਦਾ ਵੀ ਡਰਦਾ ਵੀ ਜੇ ਮੈਂ ਇਹ ਕੰਮ ਕੀਤਾ ਇਹ ਨਾ ਹੋ ਜਾਏ, ਨੁਕਸਾਨ ਨਾ ਹੋ ਜਾਏ, ਪਤਾ ਨਹੀਂ ਕੀ ਹੋ ਜਾਏ। ਉਹ ਡਰਦਾ ਕਿਉਂਕਿ ਮਨ ਕਮਜ਼ੋਰ ਹੈ। ਜਿਹਦਾ ਮਨ ਕਮਜ਼ੋਰ ਨਹੀਂ ਹੈ, ਜਿਸ ਦਾ ਮਨ ਕਮਜ਼ੋਰ ਨਹੀਂ ਹੈ, ਉਹ ਕੀ ਕਰਦਾ? ਪ੍ਰਹਲਾਦ ਨੂੰ ਕਹਿੰਦੇ ਤੈਨੂੰ ਪਹਾੜ ਤੋਂ ਸੁੱਟ ਕੇ ਮਾਰ ਦਿੱਤਾ ਜਾਏਗਾ, ਤੂੰ ਰਾਮ ਛੱਡ ਦੇ। ਕਹਿੰਦਾ ਕੋਈ ਗੱਲ ਨਹੀਂ, ਮਾਰ ਦਿਓ। ਤੈਨੂੰ ਦਰਿਆ ਦੇ ਪਾਣੀ ਵਿੱਚ ਡੁਬੋ ਦਿੱਤਾ ਜਾਏਗਾ, ਤੂੰ ਰਾਮ ਕਹਿਣ ਕੀ ਛੋੜ ਬਾਤ। ਕਹਿੰਦਾ ਡੋਬ ਦਿਓ। ਤੈਨੂੰ ਅੱਗ ਵਿੱਚ ਜਲਾ ਦਿੱਤਾ ਜਾਏਗਾ, ਕਹਿੰਦਾ ਜਲਾ ਦਿਓ। ਇਹਦਾ ਮਤਲਬ ਉਸ ਰੱਬ ਦੇ ਪਿਆਰੇ ਦਾ ਮਨ ਬਹੁਤ ਪੱਕਾ, ਤਾਕਤਵਰ, ਬਲਵਾਨ ਹੈ। ਇਸ ਲਈ ਜਿਸ ਦਾ ਮਨ ਬਲਵਾਨ ਹੈ ਰੱਬ ਉਹਨਾਂ ਨੂੰ ਵੱਖ ਕਰਕੇ ਰੱਖਦਾ ਹੈ, ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ। ਤੇ ਜਿਹੜੇ ਕੱਚੇ ਹੁੰਦੇ ਨੇ ਉਹਨਾਂ ਦਾ ਪਤਾ ਨਹੀਂ ਕਦੋਂ ਡੋਲ ਜਾਣਾ, ਕਦੋਂ ਲੱਗ ਜਾਣਾ, ਕਦੋਂ ਆ ਜਾਣਾ, ਕਦੋਂ ਭੱਜ ਜਾਣਾ। ਠੀਕ ਹੈ ਜੀ। ਜਿਨ੍ਹਾਂ ਦੇ ਮਨ ਥੋੜ੍ਹੇ ਕੱਚੇ ਸੀ, ਮਹਾਰਾਜ ਜੀ ਕਹਿੰਦੇ ਸੀਸ ਚਾਹੀਦਾ। ਜਿਨ੍ਹਾਂ ਦਾ ਤਕੜਾ ਨਹੀਂ ਸੀ ਮਨ, ਉਹ ਉੱਠ ਕੇ ਬਾਹਰ ਸੈਰ ਕਰਨ ਚਲੇ ਗਏ। ਕਹਿੰਦੇ ਚਲੋ ਘੁੰਮ ਫਿਰ ਆਓ, ਚਲੋ ਬਾਹਰਲੀ ਹਵਾ ਲੈ ਲਈਏ। ਮਤਲਬ ਮਨ ਕਮਜ਼ੋਰ, ਗੱਲ ਤੇ ਮਨ ਕਮਜ਼ੋਰ ਹੈ। ਜਿਹਦਾ ਮਨ ਪੱਕਾ ਸੀ ਉਹ ਕਹਿੰਦੇ ਸਿਰ ਲੈ ਲਓ। ਮਨ ਪੱਕਾ ਇਸ ਕਰਕੇ ਜਿਹਦਾ ਨਿਸ਼ਚਾ ਪੱਕਾ, ਜਿਹਦਾ ਮਨ ਪੱਕਾ, ਜਿਹਦਾ ਇਰਾਦਾ ਪੱਕਾ, ਸਫਲ ਉਹ ਹੀ ਹੁੰਦੇ ਨੇ। ਨਹੀਂ ਤੇ ਦੁਨੀਆ ਦੇ ਵਿੱਚ ਕਈ ਆ ਜਾਂਦੇ ਨੇ, ਕਈ ਚਲੇ ਜਾਂਦੇ ਨੇ, ਪਤਾ ਨਹੀਂ ਲੱਗਦਾ ਕੌਣ ਆਇਆ ਸੀ, ਕਦੋਂ ਆਇਆ ਸੀ, ਕਦੋਂ ਚਲਾ ਗਿਆ। ਦੁਨੀਆ ਵਿੱਚ ਪਤਾ ਲੱਗੇ ਕਿਸੇ ਦੇ ਜਾਣ ਦਾ, ਦੁਨੀਆ ਦੇ ਵਿੱਚ ਪਤਾ ਲੱਗੇ ਕਿਸੇ ਦੇ ਆਉਣ ਦਾ, ਦੁਨੀਆ ਵਿੱਚ ਪਤਾ ਲੱਗੇ ਕਿਸੇ ਦੇ ਰਹਿਣ ਦਾ। ਪਰ ਇਹ ਚੀਜ਼ਾਂ ਉਹਨਾਂ ਕੋਲ ਹੁੰਦੀਆਂ ਨੇ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਸੋ ਬਖਸ਼ਿਸ਼ ਉਹਨਾਂ 'ਤੇ ਹੁੰਦੀ ਹੈ ਜਿਹੜੇ ਸਤ ਸੰਗੀ ਨੇ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ। ਸੋ ਇਹ ਸਭ ਕੁਛ ਸੰਗਤ ਦੇ ਵਿੱਚੋਂ ਹੀ ਮਿਲਦਾ ਹੈ। ਜਿੰਨੇ ਵੀ ਸਾਡੇ ਸ਼ਹੀਦ ਹੋਏ ਹਨ, ਜਿੰਨੇ ਵੀ ਗੁਰੂ ਸਾਹਿਬਾਨ ਹੋਏ ਹਨ, ਉਹਨਾਂ ਨੇ ਸੰਗਤ ਕੀਤੀ ਪਹਿਲਾਂ। ਉਹਨਾਂ ਨੂੰ ਸੰਗਤ ਦੇ ਵਿੱਚੋਂ ਹੀ ਇਹ ਸਭ ਕੁਝ ਲੱਭਿਆ ਜਾਂ ਲੱਜਿਆ। ਉਹਨਾਂ ਦਾ ਮਨ ਜਿਹੜਾ ਹੈ ਉਹ ਸੰਗਤ ਵਿੱਚ ਆ ਕੇ ਪੱਕਾ ਹੋਇਆ। ਜੈਸੀ ਸੰਗਤ ਵੈਸੀ ਰੰਗਤ। ਧਿਆਨ ਦੇਣਾ, ਜਿਵੇਂ ਦਾ ਕੋਈ ਸਤ ਸੰਗੀ ਹੋਏਗਾ ਜਾਂ ਸੰਗੀ ਹੋਏਗਾ, ਨਾਲ ਵਾਲੇ ਦਾ ਸੁਭਾਅ ਵੀ ਆਦਤਾਂ ਉਸ ਵਰਗੀਆਂ ਬਣ ਜਾਣਗੀਆਂ। ਜਿਹੜਾ ਗੁਰੂ ਨਾਨਕ ਦਾ ਸੰਗੀ ਹੋਏਗਾ, ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਸੰਗੀ ਹੋਏਗਾ, ਸੰਗਤ ਕਰਦਾ ਹੋਏਗਾ,
ਉਹਦਾ ਸੁਭਾਅ ਵੀ ਸੱਚੇ ਪਾਤਸ਼ਾਹ ਵਰਗਾ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਦਾ ਮਨ ਵੀ ਪੁੰਨ ਦਇਆ ਵਾਲਾ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਦਾ ਮਨ ਵੀ ਜਿਹੜਾ ਹੈ ਅਡੋਲ ਹੋਣਾ ਸ਼ੁਰੂ ਹੋ ਜਾਂਦਾ ਹੈ, ਭਟਕਣਾ ਬੰਦ ਕਰ ਦਿੰਦਾ ਹੈ, ਮਨ ਟਿਕਣਾ ਸ਼ੁਰੂ ਹੋ ਜਾਂਦਾ, ਟਿਕਣਾ। ਇੱਕ ਦਿਨ ਉਹ ਸੀ ਜਿੱਦਣ ਸਾਡਾ ਬੈਠਣ ਨੂੰ ਦਿਲ ਨਹੀਂ ਸੀ ਕਰਦਾ, ਇੱਕ ਦਿਨ ਉਹ ਵੀ ਆ ਜਾਂਦਾ ਜਿਸ ਦਿਨ ਗੁਰੂ ਦੀ ਯਾਦ ਦੇ ਵਿੱਚ ਉੱਠਣ ਨੂੰ ਦਿਲ ਨਹੀਂ ਕਰਦਾ। ਇਹਦਾ ਮਤਲਬ ਮਨ ਬਣ ਗਿਆ, ਮਨ ਪੱਕਾ ਹੋ ਗਿਆ। ਜਿਸ ਦੀ ਰੂਹ, ਜਿਸ ਦਾ ਮਨ ਅਜੇ ਵੀ ਕਾਲਾ ਪੈਂਦਾ, ਜਿਸ ਦਾ ਮਨ ਬਾਣੀ ਪੜ੍ਹਨ ਲੱਗਿਆਂ, ਗੁਟਕਾ ਫੜਨ ਲੱਗਿਆਂ, ਕੀਰਤਨ ਕਥਾ ਸੁਣ ਲੱਗਿਆਂ ਕਾਲਾ ਪੈਂਦਾ, ਉਹ ਇਲਾਜ ਕਰਾਵੇ। ਕਿਹਦੇ ਕੋਲ? ਗੁਰੂ ਕੋਲੋਂ। ਉਹ ਇਲਾਜ ਕਰਾਵੇ ਗੁਰੂ ਕੋਲੋਂ। ਗੁਰੂ ਨੂੰ ਕਹੇ ਮੈਂ ਬਿਮਾਰ ਹਾਂ, ਮੈਂ ਰੋਗੀ ਹਾਂ। ਗੁਰੂ ਨੂੰ ਹੱਥ ਜੋੜ ਕੇ ਕਹੇ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਮੈਂ ਰੋਗੀ ਹਾਂ, ਮੇਰਾ ਰੋਗ ਦੂਰ ਕਰ ਦਿਓ। ਕਿਹੜਾ? ਮੇਰਾ ਮਨ ਨਹੀਂ ਮਹਾਰਾਜ ਜੀ ਬਹਿੰਦਾ, ਮੇਰਾ ਮਨ ਕਲੱਬਾਂ ਵਿੱਚ ਬਹਿੰਦਾ, ਪਾਰਟੀਆਂ ਵਿੱਚ ਬਹਿੰਦਾ, ਮੇਰਾ ਮਨ ਸਿਨੇਮਾ ਦੇਖਣ ਲਈ ਬਹਿੰਦਾ, ਮੇਰਾ ਮਨ ਗਿੱਧੇ ਭੰਗੜੇ ਨੂੰ ਦੇਖਣ ਲਈ ਬਹਿੰਦਾ, ਮੇਰਾ ਮਨ ਚੁਗਲੀ ਕਰਨ ਨੂੰ ਬਹਿੰਦਾ, ਨਿੰਦਿਆ ਸੁਣਨ ਨੂੰ ਬਹਿੰਦਾ। ਪਰ ਮੇਰਾ ਮਨ ਮਹਾਰਾਜ ਜੀ ਤੁਹਾਡੀ ਯਾਦ ਵਿੱਚ ਛੇਤੀ ਛੇਤੀ ਉੱਠਣ ਨੂੰ ਕਰਦਾ। ਮਿਹਰ ਕਰ ਦਿਓ, ਮਿਹਰ ਕਰ ਦਿਓ। ਜਦ ਅਸੀਂ ਗੁਰੂ ਅੱਗੇ ਅਰਦਾਸ ਕਰਾਂਗੇ, ਗੁਰੂ ਸਾਹਿਬ ਜੀ ਕਹਿਣਗੇ ਠੀਕ ਹੈ, ਮਿਹਰ ਕਰਦੇ ਹਾਂ। ਗੁਰੂ ਸਾਹਿਬ ਮਿਹਰ ਕਰ ਦਿੰਦੇ ਨੇ। ਜਿਸ ਦਾ ਮਨ ਡੋਲਦਾ ਉਹਦਾ ਡੋਲਣ ਤੋਂ ਬੰਦ ਹੋ ਜਾਂਦਾ। ਜਿਹਦੇ ਮਨ ਨੂੰ ਹਮੇਸ਼ਾ ਕਾਹਲੀ ਪੈਂਦੀ ਰਹਿੰਦੀ ਹੈ, ਉਹ ਮਨ ਹੌਲੀ ਹੌਲੀ ਖੁਸ਼ ਹੋਣਾ ਸ਼ੁਰੂ ਹੋ ਜਾਂਦਾ, ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ। ਕਿਉਂਕਿ ਮਨ ਸਮਝਾਵਣ ਕਾਰਨ ਨੇ ਕਛੁਅਕ ਪੜ੍ਹੀਏ ਗਿਆਨ। ਮਨ ਨੂੰ ਸਮਝਾਉਣ ਦੇ ਲਈ ਗਿਆਨ ਜ਼ਰੂਰੀ ਹੈ। ਧਿਆਨ ਦੇਣਾ, ਰੋਟੀ ਪਕਾਉਣ ਲਈ ਅੱਗ ਜ਼ਰੂਰੀ ਹੈ, ਪਿਆਸ ਬੁਝਾਉਣ ਲਈ ਪਾਣੀ ਜ਼ਰੂਰੀ ਹੈ, ਭੁੱਖ ਮਿਟਾਉਣ ਲਈ ਰੋਟੀ ਜ਼ਰੂਰੀ ਹੈ, ਹਨੇਰਾ ਦੂਰ ਕਰਨ ਦੇ ਲਈ ਪ੍ਰਕਾਸ਼ ਜ਼ਰੂਰੀ ਹੈ। ਸੋ ਜੀਵਨ ਬਣਾਉਣ ਦੇ ਲਈ ਬਾਣੀ ਜ਼ਰੂਰੀ ਹੈ। ਜਿਸ ਦੇ ਜੀਵਨ ਦੇ ਵਿੱਚੋਂ ਬਾਣੀ ਨਿਕਲ ਜਾਏ, ਬਾਣੀ ਦੀ ਪੰਕਤੀ ਸੁਣਾਉਂਦੇ ਹਾਂ ਬੜੀ ਪਿਆਰੀ। ਜਿਸ ਮਨੁੱਖ ਦੇ ਜੀਵਨ ਦੇ ਵਿੱਚੋਂ ਬਾਣੀ ਨਿਕਲ ਜਾਏ, ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਸੁਣੋ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਜਿਵੇਂ ਕੋਈ ਪੱਕਾ ਰੋਗੀ ਜਿਸ ਨੂੰ ਹਰ ਪਾਸਿਓਂ ਜਵਾਬ ਮਿਲ ਜਾਂਦਾ, ਜਿਹੜਾ ਹਾਏ ਹਾਏ ਕਰਦਾ, ਮਹਾਰਾਜ ਜੀ ਕਹਿੰਦੇ ਜਿਉਂ ਪੱਕਾ ਰੋਗੀ ਬਿਲ ਲਾਏ, ਜੈ ਤਨ ਬਾਣੀ ਵਿਸਰ ਜਾਏ। ਜਿਹੜੇ ਲੋਕ ਸਤਸੰਗ ਜੀ ਬਹੁਤ ਬਿਲਕਦੇ ਅਸੀਂ ਵੇਖਦੇ ਹਾਂ, ਉਹਨਾਂ ਦੇ ਜੀਵਨ ਦੇ ਵਿੱਚ ਬਾਣੀ ਤੇ ਬਾਣੀ ਦੀ ਕਮੀ ਹੋਏਗੀ, ਨਹੀਂ ਹੋਏਗਾ। ਜਿਸ ਕੋਲ ਬਾਣੀ ਬਾਣਾ ਹੈ ਉਹ ਨਹੀਂ ਕਲਪਦਾ, ਨਹੀਂ ਕਲਪਦਾ। ਮਹਾਰਾਜ ਉਹਨੂੰ ਕਲਪਣ ਹੀ ਨਹੀਂ ਦਿੰਦਾ, ਕਿਉਂਕਿ ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਤਾਤੀ ਵਾਵ ਨਾ ਲੱਗਈ ਭਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ। ਮਹਾਰਾਜ ਜੀ ਉਸ ਨੂੰ ਡੋਲਣ ਨਹੀਂ ਦਿੰਦੇ। ਸੋ ਗੁਰੂ ਸਾਹਿਬ ਮਿਹਰ ਕਰਨ, ਸਾਡਾ ਮਨ ਪੱਕਾ ਹੋਵੇ, ਨਿਸ਼ਚਾ ਦ੍ਰਿੜ ਨਿਸ਼ਚਾ ਹੋਵੇ, ਅਸੀਂ ਭਟਕੀਏ ਨਾ, ਅਸੀਂ ਗੁਰੂ ਤੋਂ ਦੂਰ ਨਾ ਜਾਈਏ, ਭਾਵੇਂ ਕੁਝ ਵੀ ਹੋਵੇ। ਅਰਦਾਸ ਇਹ ਕਰੀਏ ਮਹਾਰਾਜ ਜੀ, ਰੱਖੇ ਰੱਖਣ ਹਾਰ ਆਪ ਹੀ ਵਾਰਨ, ਗੁਰ ਕੀ ਪੈਰੀ ਪਾਏ ਕਾਜ ਸਵਾਰਨ, ਐਸੀ ਮਿਹਰ ਕਰੋ। ਸੋ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਦਇਆ ਕਰਨ। ਆਓ ਗੁਰੂ ਸਾਹਿਬ ਦਾ ਜੋ ਸ਼ਬਦ ਹੈ, ਲੜੀਵਾਰ ਸ਼ਬਦ, ਬਹੁਤ ਪਿਆਰਾ ਸ਼ਬਦ ਹੈ, ਉਸ ਵਿੱਚ ਕੀ ਮਹਾਰਾਜ ਜੀ ਹੁਕਮ ਕਰਦੇ ਨੇ, ਸਰਵਣ ਕਰਦੇ ਹਾਂ। ਆਸਾ ਮਹਿਲਾ ਪੰਜਵਾਂ, ਨੌ ਨਿਧ ਤੇਰੇ ਸਗਲ ਨਿਧਾਨ, ਇੱਛਾ ਪੂਰਕ ਰੱਖੇ ਨਿਦਾਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ, ਸਾਰੀਆਂ ਰਿੱਧੀਆਂ ਸਿੱਧੀਆਂ, ਮਤਲਬ ਸਾਰੇ ਦੁਨੀਆ ਦੇ ਸੁੱਖ
सारे दुनिया के पदार्थ, सारे दुनिया के खजाने तेरे घर विच मौजूद हैं। ध्यान देना, दुनिया के खजाने जाके घर सब किछ है भाई, नवनित भरे भंडार। तेरे घर विच सारे ही खजाने मौजूद हैं। इच्छा पूरक रखे निदान। सो जिहड़ा मनुख इच्छा रखदा है, जिहड़ा भावना रखदा है, जिहड़ा विश्वास रखदा है, ते तू उसकी वो इच्छा पूरी करन दे समर्थ है। और जिहड़ा तैनू अंत तक रखदा है, वो तेरी इच्छा पूरी करन दे समर्थ है। नवनित तेरे सगल निधान, उसदे कोल सारे ही खजाने मौजूद हैं। जिस जिस चीज़ की सानू जरूरत है, वो सारा ही खजाना जिहड़ा है पदार्थां के रूप दे विच, किरपा के रूप दे विच, दातां के रूप दे विच रब परमेश्वर कोल पिया होया। सो महाराज जी कहते तू इच्छा अपनी वधिया रख। इच्छा विच बेनती होवे, इच्छा विच रब होवे, इच्छा दे विच नाम होवे, बंदगी होवे, ते फिर इच्छा पूर्वक सर्व सुखदाता हर। तू मेरो प्यारो तां कैसी भूखा, तू मन वसिया लगे ना दुखा रहो। तू मेरो प्यारो तां कैसी भूखा। महाराज जी कहते संसार भुखा है। संसार जिहड़ा है वो भुखा है। सारियां दे लई ये पंक्ति है। भुखिया भुख ना उतरी जे बन्ना पुरिया भार, सहस सियाणपा लख होए तां इक न चले नाल। ये उहदे लई पंक्ति है जिहड़ा तृष्णालु है, जिहड़ा सबर संतोखी है, उहदे लई नहीं है। तू मेरो प्यारो तां कैसी भुखा। जो तृष्णालु है, तृष्णा दा गरसिया होया, भुखा वो हुंदा। जिंज कह दईए जिहदा लोभ नहीं मुकदा, जिंज पंजाबी विच कहने आ जिहदा ढिड नहीं भरदा, उन्होंने कहते ने भुखा। ते मालक जी कहते ने तू मेरो प्यारो तां कैसी भुखा। जिसदा प्यारा बन जांदा है, जिसदा ओ बन जांदा है, ते गुरु महाराज जी कहते उन्होंने किसी किस्म की भुख सताउंदी नहीं। दुनिया के पदार्थों के रस नूं खाण की भुख मनुख के अंदर लगी रहिंदी है। कल आ खाधा सी, अज दोपहर नूं आ खाना, शाम नूं ए ते सवेरे ए। खाण तो बाद भी मन रजदा नहीं, फिर दस दिंदा फिर ए। कईयां ने पूरे वीक का मीनू बनाया हुंदा, सोमवार ए ते मंगलवार ए ते ऐतवार ए। मतलब खाण पीण दे वल मनुख दा ध्यान जिहड़ा जांदा है। इहदे लई एक होर बाणी दी पंक्ति बड़ी प्यारी आखी है। कहंदे खाना पीना हसना सौना विसर गया है, मरना खसम विसार खुआरी किन्नी, त्रिग जीवन नहीं रहना। तू मेरो प्यारो तक कैसी भूखा। तृष्णालु दे बारे कहंदे ने, लोभी दे बारे कहंदे ने भी लोभी तृष्णालु रजदा ही नहीं, रजदा ही नहीं, रजदा ही नहीं। मौत नूं भुला के वो संसार दे रसां नूं लगा रहिंदा है। संसार दे रस कदे भी मनुख नूं तृप्त नहीं कर सकदे। संसार दी दौलत, संसार दी मिलदी वडियाई कदे भी मनुख नूं भरपूर नहीं कर सकती। जे अज वडियाई मिली, बंदा कहंदा कल नूं होर मिले। जे अज धन मिलिया, इंसान कहंदा कल नूं मैनूं होर मिले। ये रुकदा नहीं। सैकड़े तो हज़ार हो गए, हज़ार तो लख हो गया, लखां तो करोड़ां हो गए, की अजे रुक गया? कहंदा नहीं। एक ट्रांसपोर्ट होर चाहिदी है, पहलियां चल रही ने,
होर दुकान चाहिए, होर किले चाहिए ने, होर घर चाहिए ने, होर गैस स्टेशन चाहिए ने, होर पेट्रोल पंप चाहिए ने, होर प्रॉपर्टी चाहिए है। महाराज जी कहते बस ये करदा 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 उत्थे पहुँच जाता है जिथे कुछ भी इसदा नहीं। कहत कबीर नहीं किश तेरा, कुछ भी तेरा नहीं। इस करके तृष्णालु मनुख दी दौड़ भुख करके नहीं रुकदी। तृष्णा दा मारिया बंदा मन तो मारिया जांदा। सबर ते संतोखी बंदा रब दे नेड़े पहुँच जांदा। ये सबर संतोख कितों मिलता है? गुर बाणी तो, गुरु तो। इसलिए गुरु अर्जन देव जी महाराज फरमान कर रहे ने, तू मेरो प्यारो तक कैसी भुखा, जदों तू मेरे नाल है मैं तेरे नाल हाँ, तू मैं तेनू प्यार करदा तू मैनू प्यार करदा, फिर जो तू मेरी जिंदगी दे विच है तो मैनू काहदी चिंता है, मैनू काहदी चिंता है। तू मन वसिया लगे ना दुखा, जदों दा तू मेरे मन विच आके वसिया होया उदों तो मैनू किसी भी तरह का दुख नहीं है। बाणी विच लिखिया, बाणी विच लिखिया तीने ताप निवारण हारा दुख हंता सुख रास पछाते ताको बिघन न को लाग्या जाकी प्रभ आगे अरदास। भी जदों ता तू मेरे वल है उदों दा महाराज जी कहते मैनू किसी तरह की कोई भी तकलीफ दुख नहीं रहा। तू मन वसिया लगे ना दुखा, तीने ताप निवारण हारा दुख हंता सुख रास। जे दुख आउंदे हन ते ओ दुख मनुख नूं लगदे नहीं, लगन का मतलब दुख दुख नहीं देंदे। दुख जिहड़े ने वो ठंड बन के मिलते ने। ध्यान देना, बाहरली हवा है ना, बाहर तत्ती हवा वगदी है, तत्ती अजकल दोपहर नूं ज़्यादा। तो जदों आ AC ला दें, एक मशीन ला दें, ये बाहरली हवा नूं ठंडी कर दिंदा। हवा तो गर्म है, सौखी उदाहरण है। बाहर तत्ती हवा वगदी है पर अंदर ठंडी किद्दां हो जाती है? एक ढंग है, एक तकनीक है। दुख जिहड़ा वो तकलीफ दिंदा हुंदा, दुख तकलीफ दिंदा हुंदा, पर दुख नूं दुख ना लगे ये महाराज ही कर सकते हैं। दुख दुख ना महसूस होवे ये गुरु साहब जी कर सकते हैं, करते हैं। इस करके गुरु साहब जी फरमान करते हैं, तू मन वसिया लगे ना दुखा, जदों दा तू मेरे मन विच आके टिकिया मैनू ना कोई दुख ना कोई भुख, ना कोई रोक ना कोई टोक, ना कोई गिला ना कोई शिकवा, कुछ भी नहीं है। क्यों? क्योंकि जिथे परमेश्वर राम वाहिगुरु अल्लाह भगवान प्रभु ईश्वर आ जाता है उत्थे महाराज जी कहते किसी किस्म की कोई भी कमी नहीं रहिंदी। परमात्मा जिहड़ा है वो खुशहाली का प्रतीक है, सुख का प्रतीक है, तरक्की का प्रतीक है, सुखां का प्रतीक है। तो जिथे मालक या परमेश्वर का नाम आउंदा उत्थे दुख जिहड़े ने वो नहीं रहिंदे, वो चले जाते ने। दुख सुख करत जन्म मुन फुन मुआ, चरण कमल गुर आश्रम दिया, अगन सागर बूढ़त संसारा, नानक बाह पकड़ सतगुर निस्तारा, तू मन वसिया लगे ना दुखा। सो मैनू कोई दुख नहीं है, मैनू कोई भुख नहीं है। गुरु साहब जी कहते जदों दा तू मेरे मन विच आके वसे है, सगा ते मेरे मन विच हमेशा तृप्ति है, मन रजिया ही रजिया है। जो तू कर है सोई परवान,
जो तू करदा है वो महाराज जी कहते सच करके प्रवान करना चाहिए। उसकी आग्या नूं सत सत करके मनना चाहिए। जो तू कर है सोई प्रवान, जो तू महाराज जी कर रहे हैं मैनू वो कबूल है। तू मेरे लिए चंगा ही करदा है, तू मेरा भला ही करदा है, तू मेरा चंगा ही सोचदा है, क्योंकि तू मेरा पिता है, क्योंकि तू मेरा माता है। इस करके जो तू करेगा मैनू यकीन है मेरे लिए चंगा ही होएगा, तो मैं उसनू खिड़े मत्थे कबूल करदा हाँ। मैं उसनू खिड़े मत्थे सिर मत्थे उत्ते कबूल करदा हाँ। साचे साहिब तेरा सच फुरमान, हे सदा थिर रहन वाले परमात्मा, सदा कायम रहन वाले मेरे मालक, तेरा जिहड़ा हुक्म अटल है उसनों मैं सच्चा करके मनदा हाँ। जां इंज भी कह सकते हैं सानू मनना चाहिए। सो कहो टल गुर सेवी है, ऐनस सहज सुभाए, दर्शन परसी है गुरु के जन्म मरण, दुख जाए साचे साहिब तेरा सच फुरमान। सच्ची तेरी सिफत सच्ची साला, सच्ची तेरी कुदरत सच्चे पातशाह। वो आप भी सच्चा, उहदे बचन बाणी भी सच्ची, उहदा कीता सब कुछ ही सच्चा, सब कुछ ही उहदा कीता सही है। साचे साहिब तेरा सच फुरमान, सो जिहड़ा उहदा हुक्म हुंदा उसनू सच करके मनना चाहिए। जिवें अमृत वेले मुख वाक, जिसनों हुक्मनामा भी असीं कहने आ, मुख वाक भी कह दिंदे आ। ये गुरु का जो हुक्म हुंदा है उसनू सानू विचारना चाहिए और उस ते सानू पहरा देना चाहिए। और जो हुक्म आ गया उसनू सत करके मन लेना चाहिए और जिस तरह का भी हुक्म होवे उसनू मनना चाहिए। साचे साहिब तेरा सच फरमान, जां तुद भावे तां हर गुण गाओ, तेरे घर सदा सदा है न्याओ। जदों हे मालक तैनू मंजूर हुंदा है तां ही मैं तेरी सिफत सलाह दे गीत गा सकदा हाँ। जां तुद भावे तां हर गुण गाओ। जे आप जी मैनू जनाउंदे हो, गवाउंदे हो, बिठाउंदे हो, सुनाउंदे हो तां ही ये सब कुछ मैं कर सकदा, नहीं तो ना मैं गा सकदा, ना मैं सुन सकदा, ना मैं सुना सकदा, ना मैं बह सकदा, ना मैं तुर सकदा। जा तुद भावे तां हर गुण गाओ, तेरी सिफत सलाह दे गीत मैं तेरी किरपा दे नाल ही गा रहा हाँ। जब मैं तेरी किरपा दे नाल ही बैठा हाँ, सो मेरे मन की इच्छा है मैं आप जी दे गीत गाउंदा रवां। मैं सदा ही राम दे या नाम दे गीत गाउंदा रवां। मैनू ऐसी ताकत देना, ऐसी शक्ति देना, सो मैनू तंदुरुस्ती बख्शना, चढ़दी कला बख्शना, तां जो तेरे गीत चढ़दी कला दे विच सुनदे ते गाउंदे रहीए। जो जा तुद भावे तां हर गुण गाओ, सो तेरी कृपा दे नाल ही मैं तेरे गीत गा सकदा हाँ या तैनू याद कर सकदा हाँ। जे कोई दावा करे भी मैं उसनू जपदा हाँ, मैं उहदा इन्ने चिर नाम लैना हाँ, मैं इन्ने चिर उहदी कथा कीर्तन करदा हाँ, तो गुरु साहब जी कहंदे ये हंकार हो जाएगा। वो हंकार जिहड़ा है तेरी आत्मक अडोलता नू खराब करेगा, तेरी सोच नू प्रभावित करेगा। हंकार हमेशा मनुख के अंदर जिहड़ियां चंगियां चीज़ां हुंदा उन्हां नू प्रभावित करदा है। सो इस करके जदों भी किसी ने बेनती करनी ये ही आखना भी ये भी दात तेरी दातार, जो कुछ मेरे पास है, जो मैं गाउंदा हाँ, जो मैं सुनाउंदा हाँ, तेरी मेहर तेरी कृपा दे नाल ही ये सब कुछ हो रहा है, भी मेरे वश नहीं है। तेरे घर
सदा सदा है न्याओ। न्याओ का मतलब होंदा इंसाफ। क्यों लिखा इंसाफ? बेइनसाफी जिहड़ी है वो संसार दे विच है। बेइनसाफ जिहड़ा वो संसार है। एक मालक दा घर ही है जिथे इंसाफ हुंदा है, जिथे पक्षपात नहीं किया जाता, जिथे अमीर गरीब नहीं देखा जाता, जिथे कोई धर्म जाति नहीं देखी जाती, जिथे केवल प्रेम देखा जाता कोई भी होए, जिथे किसी दे नाल कोई लिहाज नहीं किया जाता, जिथे कोई कर्म करता है उसनों उसके कर्म का पूरा फल जिहड़ा सज़ा जिहड़ी है वह परमात्मा दिंदा है, चाहे चंगा होवे, चंगे का चंगा फल, माड़े का माड़ा फल, क्योंकि वो न्यायकारी है। आदल अदल चलाएदा, जालम जुल्म न जोर जराबा। वो हमेशा ही न्याय करता है। इंसान न्याय नहीं करता। इंसान दूसरे नाल न्याय की करना, इंसान अपने नाल भी न्याय नहीं करता। अपने शरीर नू, अपने जीवन नू जो बर्बाद करता है वो अपने आप दे नाल इंसाफ नहीं कर रहा, अपने आप नाल बेइनसाफी कर रहा। जिहड़ा मनुख अपने विचारां ते कंट्रोल नहीं करता, अपने मन ते कंट्रोल नहीं करता, अपने शरीर नू नहीं संभालदा, अपनी देही नू नहीं संभालदा, वो अपने शरीर दे नाल धक्का कर रहा, अपनी देही दे नाल बेइनसाफी कर रहा। उसनों इंसाफ नहीं दे रहा अपनी देही नू। देही उन्होंने इंसाफ देना, देही नू संभालना है। मतलब परमात्मा का नाम जिहड़ा है जां महाराज के चरणों में नतमस्तक होना, ये देही का कर्म है। देही नू मोटी नहीं करना, देही नू तगड़ी नहीं केवल करना, देही नू गुरु दे अगे झुकाउणा भी है। महाराज जी कहते एवें ना देही नू बहुती उच्ची लम्मी मोटी भारी तगड़ी कर लें। ये देही नू बिल्कुल देख के रब खुश नहीं हुंदा। तू पहलवान होएगा, अपने पिंड शहर देश में होएगा, रब नू पहलवान ना लगी मतलब है जी। तू जिम दे विच जाके डौले बनाए, जो मर्जी शरीर बनाए, रब नू इहदे नाल थोड़ा कोई मतलब है। रब ये चीज़ां तो किसी दियां देखदा ही नहीं, क्योंकि महाराज जी ने कहा औगनी भरिया शरीर है। इधर शरीर औगणा का भरिया, तेरे शरीर नू देख के थोड़ा मैं खुश होना। महाराज जी कहते मैं तेरे कर्म देख के खुश होना। जिमें ऋषि अष्टावक्र है, ਉਹਦੀ ਧੌਣ भी विंगी, ਉਹਦਾ ਮੋਢਾ भी विंगा, ਉਹਦਾ ਲੱਕ भी विंगा, ਤੇ ਉਹਦਾ ਗੋਡਾ भी विंगा, ਉਹਦਾ ਗਿੱਟਾ भी विंगा, ਉਹਦੇ ਹੱਥ भी विंगे ਤੇ ਪੈਰ भी विंगे। 8 ਵਿੰਗ ਕਹਿੰਦੇ ਉਹਨੂੰ। 8 ਵਿੰਗ ਪੈਂਦੇ ਸੀ ਤੇ ਰੰਗ ਉਹਦਾ ਕਾਲਾ ਤੇ ਸੁੰਦਰ ਹੈ ਹੀ ਨਹੀਂ ਸੀ ਉਹ। ਪਰ ਕਹਿੰਦੇ ਨੇ ਉਹ ਰੱਬ ਦਾ, ਵਾਹਿਗੁਰੂ ਦਾ, ਰਾਮ ਦਾ ਪਿਆਰਾ ਸੀ। ਰੱਬ ਉਹ 'ਤੇ ਪੂਰਾ ਖੁਸ਼ ਸੀ। ਉਹ ਹਰੀ ਦਾ ਪਿਆਰਾ ਸੀ, ਰੱਬ ਦਾ ਪਿਆਰਾ ਸੀ, ਮਾਲਕ ਦਾ ਪਿਆਰਾ ਸੀ। ਉਹ ਜਿਹੜਾ ਵਚਨ ਕਰ ਦਿੰਦਾ ਸੀ ਉਹ ਪੂਰਾ ਹੁੰਦਾ ਸੀ। ਉਹਦੇ ਵਿੱਚ ਇੰਨੀ ਪਾਵਰ ਸੀ, ਰੱਬ ਦੀ ਇੰਨੀ ਨਾਮ ਦੀ ਸ਼ਕਤੀ ਸੀ। ਉਹ ਜੋ ਕਹਿ ਦੇਵੇ, ਜੋ ਬੋਲ ਦੇਵੇ, ਉਹ ਸੱਚ ਹੋ ਜਾਂਦਾ। ਤੇ ਜਿਹੜੇ ਸਰੀਰ ਨੂੰ ਦੇਖਣ ਵਾਲੇ ਸੀ ਉਹ ਹੱਸਦੇ ਹੁੰਦੇ ਸੀ ਦੇਖ ਕੇ। ਕਿਸੇ ਦੇ ਸਰੀਰ ਨੂੰ, ਜੇ ਕਿਸੇ ਦਾ ਸਰੀਰ ਸਹੀ ਨਹੀਂ ਹੈ, ਉਹਨੂੰ ਦੇਖ ਕੇ ਹੱਸਣਾ ਬਹੁਤ ਵੱਡੀ ਗਲਤੀ ਹੈ। जे किसी की अख नहीं, जे किसी का शरीर ठीक नहीं, पैर हाथ मूँह ठीक नहीं, कभी भी ਉਹਦੇ ਵੱਲ देख के मजाक ਜਾਂ हस्या ना जाए। हमेशा मैं ये कहना हुन्ना, गुरबाणी के मुताबिक भी उस बंदे नूं उस जगह ते एक दिन आना पैंदा। जिहड़ा किसी की गरीबी नूं वेख के हसदा, जिहड़ा किसी की मजबूरी नूं देख के खुश हुंदा है, जिहड़ा किसी के घर के कलेश नूं देख के खुश हुंदा है, वो बाणी विच लिखिया होया
ਉਹਦੇ ਨਾਲ ਵਾਪਰ ਜਾਂਦਾ ਹੈ। ਜੇ ਕੋਈ ਦੁਖੀ ਹੈ तो ਉਹਦਾ ਦੁੱਖ ਵਡਾਉਣਾ ਹੈ, ਜੇ ਕੋਈ ਕੁਰਾਹੇ ਪਿਆ तो ਉਹਨੂੰ ਰਾਹੇ ਪਾਉਣਾ ਹੈ। ਇਹ ਹੁਕਮ ਹੋਇਆ ਸਾਨੂੰ। ਦੇਖ ਕੇ ਹੱਸਣਾ ਨਹੀਂ, ਦੇਖ ਕੇ ਉਸ ਦੀ ਨਿੰਦਿਆ ਨਹੀਂ ਕਰਨੀ। ਜਿਹੜਾ ਇਸ ਤਰ੍ਹਾਂ ਕਰਦਾ ਹੈ, ਮਹਾਰਾਜ ਜੀ ਕਹਿੰਦੇ ਉਹਦੇ ਨਾਲ ਆ ਵਾਪਰ ਜਾਂਦਾ। ਪਾਰੋਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਜੋ ਗੁਆਂਢੀ ਦੇ ਨਾਲ ਹੋਇਆ ਤੇਰੇ ਨਾਲ ਵੀ ਹੋ ਜਾਣਾ। ਜਾਂ ਇੰਜ ਵੀ ਕਹਿ ਸਕਦੇ ਹਾਂ, ਅਸਾਂ ਵੀ ਉੱਥੇ ਜਾਣਾ। ਕੇਵਲ ਮਰਨ ਵਾਲੀ ਗੱਲ ਨਹੀਂ ਲਿਖੀ ਵੀ ਮਰ ਕੇ ਉੱਥੇ ਜਾਣਾ। ਮਤਲਬ ਉਹ ਚੀਜ਼ ਤੇਰੇ ਨਾਲ ਵੀ, ਜਿਹੜੇ ਰਾਹ 'ਤੇ ਉਹ ਲੋਕ ਜਾਂਦੇ ਪਏ ਨੇ, ਤੂੰ ਵੀ ਜਾ ਸਕਦਾ। ਇਸ ਕਰਕੇ ਹਮੇਸ਼ਾ ਦੂਸਰੇ ਨੂੰ ਖੁਸ਼ੀ ਦੇਣਾ, ਦੂਸਰੇ ਨੂੰ ਦੇਖ ਕੇ ਖੁਸ਼ ਹੋਣਾ, ਦੂਸਰੇ ਦੇ ਭਲੇ ਦੀ ਗੱਲ ਕਰਨੀ, ਦੂਸਰੇ ਦਾ ਭਲਾ ਕਰਨਾ, ਇਹ ਹੀ ਕਾਮਯਾਬੀ ਦੀ ਨਿਸ਼ਾਨੀ ਹੈ। ਇਹ ਹੀ ਕਾਮਯਾਬੀ ਦੀ ਨਿਸ਼ਾਨੀ ਹੈ। ਸੱਚਮੁੱਚ ਅੰਦਰੋਂ ਭਲਾ, ਬੜੀ ਵਾਰੀ ਮੈਂ ਇਹ ਆਖਿਆ, ਅੰਦਰੋਂ ਸੱਚਮੁੱਚ ਭਲਾ ਮੰਗਣ ਵਾਲੇ ਦਾ ਕਦੇ ਬੁਰਾ ਹੋ ਹੀ ਨਹੀਂ ਸਕਦਾ, ਕਦੇ ਨਹੀਂ ਹੋ ਸਕਦਾ। ਜੇ ਉਹਦਾ ਬੁਰਾ ਹੋਣਾ ਵੀ ਹੋਵੇ, ਰੱਬ ਉਹਦਾ ਬੁਰਾ ਕੱਢ ਦਿੰਦਾ, ਟਾਲ ਦਿੰਦਾ। ਮਹਾਰਾਜ ਜੀ ਟਾਲ ਦਿੰਦੇ ਨੇ। ਮਹਾਰਾਜ ਜੀ ਦੇਖਦੇ ਨੇ ਵੀ ਇਹ ਤੇ ਬੁਰੇ ਦਾ ਵੀ ਭਲਾ ਕਰਨ ਵਾਲਾ, ਤੇ ਫਿਰ ਇਹਦਾ ਬੁਰਾ ਕਿਉਂ ਹੋਵੇ, ਇਹਦਾ ਬੁਰਾ ਕਿਉਂ ਹੋਵੇ। ਉਸ ਵੱਲ ਮਹਾਰਾਜ ਜੀ ਦੀ ਨਜ਼ਰ ਹੋ ਜਾਂਦੀ ਹੈ। ਤੇ ਜਿਸ ਦੇ ਸਿਰ 'ਤੇ ਮਹਾਰਾਜ ਜੀ ਦੀ ਨਜ਼ਰ, ਮਹਾਰਾਜ ਦਾ ਹੱਥ ਹੁੰਦਾ, ਉਹਨੂੰ ਮਹਾਰਾਜ ਜੀ ਕਹਿੰਦੇ ਬਿਲਕੁਲ ਕਿਸੇ ਕਿਸਮ ਦਾ ਦੁੱਖ ਨਹੀਂ ਲੱਗਦਾ। ਜੇ ਲੱਗਿਆ ਹੋਇਆ ਉਹਦਾ ਕੱਢ ਦਊਗਾ। ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਭੰਜਨ ਤੇਰਾ ਨਾਮ ਜੀ ਮੇਰਾ ਵੈਦ ਗੁਰੂ ਗੋਬਿੰਦਾ। ਜੇ ਲੱਗਿਆ ਵੀ ਹੋਇਆ ਹੈ, ਕੋਈ ਵੀ ਹੈ, ਕੋਈ ਕਰਮਾਂ ਕਰਕੇ ਹੈ, ਕੋਈ ਵੈਸੇ ਸਰੀਰ ਕਰਕੇ ਹੈ, ਜਾਂ ਕੋਈ ਵੀ ਕਾਰਨ ਹੈ, ਕਾਰਨ ਕੋਈ ਵੀ ਹੈ, ਉਸ ਸਮਰੱਥ ਗੁਰੂ ਸਭ ਦੁੱਖਾਂ ਨੂੰ, ਦਲਿੱਦਰਾਂ ਨੂੰ, ਉਦਾਸੀਆਂ ਨੂੰ ਦੂਰ ਕਰਨ ਵਾਲਾ। ਤਾਂ ਤੇ ਉਸ ਨੂੰ ਕਹਿੰਦੇ ਨੇ ਪ੍ਰਮਾਤਮਾ ਸਰਵ ਸ਼ਕਤੀਮਾਨ, ਤਾਂ ਹੀ ਕਹਿੰਦੇ ਨੇ। ਉਹ ਸਭ ਕੁਝ ਕਰ ਸਕਦਾ ਹੈ, ਉਹ ਸਭ ਕੁਝ ਕਰ ਸਕਦਾ ਹੈ। ਸੁਖੀ ਨੂੰ ਦੁਖੀ ਕਰ ਸਕਦਾ, ਦੁਖੀ ਨੂੰ ਸੁਖੀ ਕਰ ਸਕਦਾ, ਉਹ ਸਭ ਕੁਝ ਕਰ ਸਕਦਾ। ਉਹ ਰੋਂਦੇ ਨੂੰ ਹਸਾ ਸਕਦਾ, ਹੱਸਦੇ ਨੂੰ ਰਵਾ ਸਕਦਾ। ਉਹ ਅਮੀਰ ਨੂੰ ਗਰੀਬ ਕਰ ਸਕਦਾ, ਗਰੀਬ ਨੂੰ ਅਮੀਰ ਕਰ ਸਕਦਾ, ਉਹ ਸਭ ਕੁਝ ਕਰ ਸਕਦਾ। ਇਸ ਕਰਕੇ ਤੇਰੇ ਘਰ ਸਦਾ ਸਦਾ ਹੈ ਨਿਆਂ, ਉਹਦੇ ਘਰ ਇਨਸਾਫ ਹੈ। ਇਸ ਕਰਕੇ ਜੇ ਇਨਸਾਫ ਹੈ ਤੇ ਸਾਡਾ ਸਾਰਿਆਂ ਦਾ ਉਹਨੇ ਇਨਸਾਫ ਕਰਨਾ, ਸਾਡਾ ਸਾਰਿਆਂ ਦਾ ਇਨਸਾਫ ਕਰਨਾ। ਪ੍ਰਭੂ ਭਗਵਾਨ ਈਸ਼ਵਰ ਵਾਹਿਗੁਰੂ ਨੇ ਸਾਚੇ ਸਾਹਿਬ ਅਲੱਖ ਅਭੇਵ, ਹੇ ਮੇਰੇ ਮਾਲਕ, ਜਿਸ ਦਾ ਪੂਰਨ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਉਸ ਨੂੰ ਕਹਿੰਦੇ ਆ ਅਲੱਖ ਅਭੇਵ। ਸਾਚੇ ਸਾਹਿਬ ਅਲੱਖ ਅਭੇਵ, ਨਾਨਕ ਲਾਇਆ ਲਾਗਾ ਸੇਵ। ਸੋ ਤੇਰਾ ਪ੍ਰੇਰਿਆ ਹੋਇਆ ਹੀ ਹਾਂ ਮੈਂ ਤੇਰਾ ਪ੍ਰੇਰਿਆ ਹੋਇਆ ਹਾਂ, ਜਿਹੜਾ ਤੇਰੇ ਘਰ ਵੱਲ ਆ ਰਿਹਾ ਹਾਂ ਜਾਂ ਜੁੜਿਆ ਹੋਇਆ। ਤੂੰ ਹੀ ਮੈਨੂੰ ਪ੍ਰੇਰਨਾ ਦਿੱਤੀ ਹੈ, ਤੂੰ ਹੀ ਮੈਨੂੰ ਸੁਮਤ ਦਿੱਤੀ ਹੈ, ਤੂੰ ਹੀ ਮੈਨੂੰ ਰਾਹ ਦੱਸਿਆ ਹੈ। ਇਸ ਕਰਕੇ ਨਾਨਕ ਲਾਇਆ ਲਾਗਾ ਸੇਵ, ਮੈਂ ਤੇਰਾ ਪ੍ਰੇਰਿਆ ਹੋਇਆ ਹੀ ਸੇਵਾ ਵਿੱਚ, ਭਗਤੀ ਵਿੱਚ ਚੰਗੇ ਪਾਸੇ ਲੱਗ ਸਕਦਾ। ਮੇਰੇ ਹੱਥ ਵੱਸ ਨਹੀਂ, ਮੈਂ ਆਪਣੀ ਮਰਜ਼ੀ ਦੇ ਨਾਲ ਤੇਰੇ ਚਰਨਾਂ ਵਿੱਚ ਲੱਗ ਜਾਵਾਂ। ਮੇਰੇ ਹੱਥ ਵੱਸ ਨਹੀਂ ਮੈਂ ਜਪ ਸਕਾਂ, ਮੇਰੇ ਹੱਥ ਵੱਸ ਨਹੀਂ ਮੈਨੂੰ ਸੋਝੀ ਆ ਜਾਏ, ਮੇਰੇ ਹੱਥ ਵੱਸ ਨਹੀਂ ਮੈਂ ਅੱਗੇ ਵੱਧ ਸਕਾਂ। ਮਹਾਰਾਜ ਜੀ ਮਿਹਰ ਕਰਨੀ, ਮੇਰੇ ਔਗਣਾ ਵੱਲ ਨਾ ਵੇਖਣਾ। ਮੈਂ ਕਿਨ ਭੁੱਲਣ ਹਾਰ ਹਾਂ, ਮੇਰੇ ਗੁਨਾਹ ਬਖਸ਼ ਦੇਣੇ। ਮੈਂ ਮੰਨਦਾ ਹਾਂ ਮੈਂ ਅਪਰਾਧੀ ਹਾਂ, ਮੈਂ ਅਪਰਾਧੀ ਸਦ ਭੁੱਲ ਤੇ ਤੂੰ ਬਖਸ਼ਣ ਹਾਰੇ। ਸੋ ਮੈਨੂੰ ਬਖਸ਼ ਲੈ, ਮੈਨੂੰ ਰਾਹ ਦਿਖਾ, ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ। ਇਹ ਮੇਰੀ ਅਰਦਾਸ ਹੈ। ਸੇਵਕ ਕੀ ਅਰਦਾਸ ਪਿਆਰੇ।
ਜਪ ਜੀਵਾਂ ਪ੍ਰਭ ਚਰਨ ਤੁਮਾਰੇ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਬਹੁਤ ਪਿਆਰੀ ਵਿਚਾਰ ਜੋ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਇਸ ਸੇਵਾ ਲਈ ਹੈ। ਇਸ ਦਾ ਭਾਵ ਅਰਥ ਮਹਾਰਾਜ ਜੀ ਸਭ ਦੇ ਹਿਰਦਿਆਂ 'ਤੇ ਵਸਾਉਣਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।